प्यारे विद्यार्थियों सत श्री अकाल। मैं हरजिंदर कौर तुहाडी पंजाबी विषय की अध्यापका तुहाडा पंजाबी जमात विच स्वागत करती हाँ। प्यारे विद्यार्थियों आपां वार्तक घर दा प्यार कर रहे हाँ, उसका भाग 1 मैं तुहानूं करवा चुकी हाँ। अज भाग 2 करांगे। हाँ जी बेटा देखो, भाग 2 दे विच मैं तुहाडे 2 पैरे लए हन, 3 ते 4 वाला। ठीक है। हाँ जी बेटा देखो, वार्तक ਦੇ ਵਿੱਚ ਜਿੱਦਾਂ मैं तुहानूं दस्सिया सी कि घर ਦੇ प्यार की महत्ता व्यक्ति के जीवन ਦੇ ਵਿੱਚ बहुत ज़्यादा ਹੁੰਦੀ है। हाँ जी देखो कहते कवि की कहता है, कवि कौन है? प्रिंसीपल तेजा सिंह जी। वो की कहते हैं कि मैं कई ਵੱਡੇ ਵੱਡੇ कतखड़ देखे हैं, कतखड़ देखे हैं जो बाहर पंडालों विच कथा करदियां जां विख्यान दिंदियां लोकां नूं अपनी सियाणप अते विद्या ते चमत्कार दस के हैरान कर दिंदे हन। हाँ जी बेटा जिहड़े कतखड़ हुंदे हन वो की हुंदे हन? कथा करन वाले। ठीक है। हाँ जी जिहड़े प्रिंसीपल तेजा सिंह जी वो कहंदे कि मैं जिहड़े कई कथा करन वाले देखे हन जो बाहर पंडाल समझदे हो जिथे उन्हां दी स्टेज लगी हुंदी है ते लोकी उन्हां नूं सुणदे हन, उन्हां दे विच कहंदे मैं कथा करदे हां। कथा भाव प्रवचन करदियां, व्याख्यान मतलब व्याख्या करदियां लोकां नूं अपनी सियाणप भाव वो अपनी सियाणप अते विद्या दे चमत्कार दस के हैरान करदे होए कवि मतलब प्रिंसीपल तेजा सिंह ने उन्हां नूं देखिया है। कहंदे पर जेकर कोई दुखिया जां लोड़वंद उन्हां दे दर ते जा खड़ोवे तां 4 घंटे शायद मुलाकात लई उਡੀਕਣਾ पवे। कहंदे वो जिहड़े बाहर पंडाल दे विच तां बड़ियां सियाणप भरीआं गल्लां करदे हन, दया भरीआं गल्लां करदे हन, पर कहंदे जेकर कोई दुखिया जां लोड़वंद उन्हां दे कोल सहायता लई ਜਾਂਦਾ है ਤਾਂ ਉਹਨਾਂ ਨੂੰ ਕੀ ਆ 4 ਘੰਟੇ ਸ਼ਾਇਦ ਮੁਲਾਕਾਤ ਲਈ ਉਡੀਕਣਾ ਪੈਂਦਾ। ਭਾਵ ਉਹ ਛੇਤੀ ਕਿਤੇ ਕਿਸੇ ਗਰੀਬ ਜਾਂ ਦੁਖਿਆਰੇ ਦੀ ਨਾਲ ਮੁਲਾਕਾਤ ਨਹੀਂ ਕਰਦੇ ਹੈਗੇ। ठीक है। तो कहते जे मिलन भी तो उन्होंने दिल हमदर्दी नाल नहीं पंगरदा। कहते जो किसी को मिल भी पैंदे आ ना, देखो पहला तो 4 घंटे वो उਡੀਕਣਾ पैंदा उन्होंने मिलण लई। जो किसी को मिलते आ कहते छेती किते उन्हों दा दिल जिहड़ा ना हमदर्दी दे नाल पगरदा नहीं हैगा। अखां नमरूद मतलब एक काफर जिसने रब होने का दावा किया सी, कोई काफर जिहड़ा अपने आप नूं मतलब रब मनदा सी, ਉਹਦੇ ਵਾਂਗ ਸਦਾ ਸੁੱਕੀਆਂ ਰਹਿੰਦੀਆਂ ਹਨ। ਭਾਵ ਜਿਹਦੇ ਮਨ ਦੇ ਵਿੱਚ ਕਾਫਰ ਕੀ ਹੁੰਦਾ ਆ, ਜਿਹਦੇ ਮਨ ਦੇ ਵਿੱਚ ਨਾ ਕੋਈ ਦਇਆ ਦੇ ਭਾਵ ਨਹੀਂ ਹੁੰਦੇ ਹੈਗੇ, ਮਤਲਬ ਦੂਜਿਆਂ ਦੇ ਉੱਤੇ ਜ਼ੁਲਮ ਕਰਦਾ ਆ ਅਤੇ ਖੁਦ ਨੂੰ ਉਹ ਕੀ ਆ ਸੋਚਦਾ ਕਿ ਮੈਂ ਹੀ ਰੱਬ ਹਾਂ। ਕਹਿੰਦੇ ਉਹਦੇ ਵਾਂਗ ਹੈ ਨਾ ਉਹਨਾਂ ਦੀਆਂ ਅੱਖਾਂ ਜਿਹੜੀਆਂ ਨਾ ਨਮਰੂਦ ਦੀ ਕਬਰ ਵਾਂਗ ਸਦਾ ਸੁੱਕੀਆਂ ਹੀ ਰਹਿੰਦੀਆਂ ਹਨ। ਨਮਰੂਦ ਦੀ ਕਬਰ ਇੱਕ ਕਾਫਰ ਆ, ਉਹਦੀ ਕਬਰ ਜਿਹਦੇ ਉੱਤੇ ਕੋਈ ਫੁੱਲ ਚੜ੍ਹਾਉਣ ਨਹੀਂ ਜਾਂਦਾ ਹੈਗਾ, ਭਾਵ ਉਹ ਸੁੱਕੀ ਰਹਿੰਦੀ ਆ। ਦੇਖੋ ਦੂਜਿਆਂ ਦੀ ਕਬਰਾਂ ਦੇ ਉੱਤੇ ਲੋਕ ਫੁੱਲ ਚੜ੍ਹਾਉਂਦੇ ਹਨ ਹੈ ਨਾ, ਅਤੇ ਸਮੇਂ-ਸਮੇਂ 'ਤੇ ਉਹਨਾਂ ਦੀ ਰਿਪੇਅਰ ਕਰਵਾਉਂਦੇ ਹਨ, ਪਰ ਉਹ ਜਿਹੜਾ ਕਾਫਰ ਆ ਉਹਦੀ ਕਬਰ 'ਤੇ ਕੋਈ ਨਹੀਂ ਜਾਂਦਾ। ਉਹਦੀ ਕਬਰ ਵਾਂਗ ਉਹਨਾਂ ਦੀਆਂ ਜਿਹੜੇ ਉਹ ਵਿਖਿਆਨ ਕਰਨ ਵਾਲੇ ਕਥਾਵਾਚਕ ਹੁੰਦੇ ਆ ਨਾ, ਉਹਨਾਂ ਦੀਆਂ ਅੱਖਾਂ ਕਿਵੇਂ ਸੁੱਕੀਆਂ ਰਹਿੰਦੀਆਂ ਹਨ? ਜਿਵੇਂ ਇੱਕ ਕਾਫਰ ਦੀ ਕਬਰ ਸੁੱਕੀ ਰਹਿੰਦੀ ਹੈ। ਠੀਕ ਹੈ। ਤਰਸ ਜਾਂ ਪਿਆਰ ਨਾਲ ਸਜਲ ਨਹੀਂ ਹੋਈ ਹੁੰਦੀ। ਤਰਸ ਜਾਂ ਪਿਆਰ ਨਾਲ ਸਜਲ ਭਾਵ ਜਲ ਸਹਿਤ ਕਦੇ ਵੀ ਜਿੱਦਾਂ ਜਿਹੜਾ ਕਥਾਵਾਚਕ ਹੈ ਨਾ ਉਸ ਜਿਹੜਾ ਮਤਲਬ ਵਿਖਿਆਨ ਕਰਦਾ, ਪਖੰਡ ਕਰਦਾ, ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ, ਲੋਕ ਦਿਖਾਵਾ ਕਰਦਾ ਆ। ਠੀਕ ਹੈ। ਕਹਿੰਦਾ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ। ਕਹਿੰਦੇ ਉਹਦੀਆਂ ਅੱਖਾਂ ਤਰਸ ਜਾਂ ਪਿਆਰ ਦੇ ਨਾਲ ਕਦੇ ਵੀ ਗਿੱਲੀਆਂ ਨਹੀਂ ਹੋਈਆਂ। ਕਹਿੰਦੇ ਇੱਡੀ ਕਰੜਾਈ ਦਾ ਕੀ ਕਾਰਨ ਹੋ ਸਕਦਾ ਹੈ, ਭਾਵ ਇੰਨਾ ਸਖਤ ਹੋਣ ਦਾ ਕੀ ਕਾਰਨ ਹੋ ਸਕਦਾ ਆ। ਕਹਿੰਦੇ ਉਹ ਜਿਹੜੇ ਵਿਖਿਆਨ ਕਰਦੇ ਆ, ਮਤਲਬ ਲੋਕ ਦਿਖਾਵਾ ਕਰਦੇ ਆ, ਕਹਿੰਦੇ ਕੁਛ ਹੋਰ ਆ, ਪੰਡਾਲਾਂ ਦੇ ਵਿੱਚ ਕਰਦੇ ਕੁਝ ਹੋਰ ਆ। ਕਹਿੰਦੇ ਉਹਨਾਂ ਦੇ ਵਿੱਚ ਇਹ ਕਰੜਾਈ ਦਾ ਕਾਰਨ ਕੀ ਹੁੰਦਾ ਆ, ਇੰਨਾ ਸਖਤ ਹੋਣ ਦਾ ਕਾਰਨ ਕੀ? ਕਹਿੰਦੇ ਕੇਵਲ ਇਹ ਹੈ ਕਿ ਉਹਨਾਂ ਦੀ ਕਰੜਾਈ ਦਾ ਕਾਰਨ ਕੀ ਹੈ? ਕਹਿੰਦੇ ਇਹ ਹੈ ਕਿ ਇਹੋ ਜਿਹੇ ਸੱਜਣ ਦੀ ਵਹੁਟੀ ਕਿਆ ਕਰਦੀ ਹੈ, ਭਾਈ ਹੁਰੀ ਸਾਰੀ ਜ਼ਿੰਦਗੀ ਆਪਣਾ ਹੈਂਡ ਬੈਗ ਨਾਲ ਮੋਟਰਾਂ ਗੱਡੀਆਂ ਦੇ ਸਫ਼ਰ ਵਿੱਚ ਹੀ ਟਪਾ ਛੱਡਦੇ ਹਨ। ਕਹਿੰਦੇ ਭਾਵ ਉਹਨਾਂ ਦੀ ਵਹੁਟੀ ਕੀ ਕਹਿੰਦੀ ਹੈ ਕਿ ਇਹਨਾਂ ਦੀ ਭਾਈ ਹੁਰਾਂ ਦੀ ਜਿਹੜੇ ਉਹ ਭਾਈ ਜਿਹੜੇ ਕਥਾਵਾਚਕ ਲੋਕ ਦਿਖਾਵਾ ਕਰਦੇ ਆ, ਸਾਰੇ ਕਥਾਵਾਚਕਾਂ ਲਈ ਨਹੀਂ ਇਹ ਹੈਗਾ, ਇਹ ਸਿਰਫ ਉਹਨਾਂ ਵਾਸਤੇ ਆ ਕਿ ਪੰਡਾਲ ਦੇ ਵਿੱਚ ਤਾਂ ਉਹ ਬੜੀਆਂ ਰਹਿਮ ਭਰਮ ਦੀਆਂ ਗੱਲਾਂ ਕਰਦੇ ਆ, ਪਰ ਅਸਲ ਦੇ ਵਿੱਚ ਉਹ ਉਹਨਾਂ ਦੇ ਵਿੱਚ ਦਇਆ ਭਾਵ ਹੁੰਦੇ ਨਹੀਂ। ਅਤੇ ਕਹਿੰਦੇ ਉਹਨਾਂ ਦੀ ਜਿਹੜੀ ਵਹੁਟੀਆਂ ਉਸ ਕਥਾਵਾਚਕ ਦੀਆਂ ਵਹੁਟੀਆਂ ਭਾਵ ਕਹਿੰਦੇ ਉਹ ਕੀ ਕਹਿੰਦੀ ਹੈ ਕਿ ਭਾਈ ਹੋਰੀ ਭਾਵ ਜਿਹੜਾ ਉਹ ਕਥਾਵਾਚਕ ਆ, ਜਿਹੜਾ ਕਹਿੰਦਾ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ। ਕਹਿੰਦੇ ਉਹਦੀ ਜਿਹੜੀ ਕਹਿੰਦੇ ਸਾਰੀ ਜ਼ਿੰਦਗੀ
ਉਸ ਭਾਈ ਹੋਰਾਂ ਦੀ ਭਾਵ ਸਾਰੀ ਜ਼ਿੰਦਗੀ ਹੈਂਡਬੈਗ ਨਾਲ ਮੋਟਰਾਂ ਗੱਡੀਆਂ ਦੇ ਸਫ਼ਰ ਵਿੱਚ ਹੀ ਟਪਾ ਛੱਡੀ ਹੈ। ਭਾਵ ਉਹਦੀ ਵਹੁਟੀ ਦਾ ਕੀ ਕਹਿਣਾ ਹੈ ਕਿ ਉਸਨੇ ਸਾਰੀ ਜ਼ਿੰਦਗੀ ਹੈਂਡਬੈਗ ਜਿਹੜਾ ਹੱਥ ਦੇ ਵਿੱਚ ਫੜਿਆ ਹੁੰਦਾ ਆ ਉਹਦੇ ਨਾਲ ਕਹਿੰਦੇ ਮੋਟਰਾਂ ਗੱਡੀਆਂ ਦੇ ਵਿੱਚ ਟਪਾ ਛੱਡੀ ਹੈ ਅਤੇ ਉਹਨਾਂ ਨੂੰ ਘਰ ਦੇ ਦਾ ਪਿਆਰ ਨਹੀਂ ਹੁੰਦਾ, ਉਹਨਾਂ ਵਿੱਚ ਕੀ ਆ ਘਰ ਪ੍ਰਤੀ ਪਿਆਰ ਨਹੀਂ ਹੁੰਦਾ, ਇਸ ਲਈ ਉਹਨਾਂ ਦੀ ਜ਼ਿੰਦਗੀ ਰਸ ਤੋਂ ਖਾਲੀ ਅਤੇ ਕੋਰੀ ਜਿਹੀ ਹੋ ਜਾਂਦੀ ਹੈ। ਭਾਵ ਉਹਨਾਂ ਦੇ ਵਿੱਚ ਦਇਆ ਦੇ ਪ੍ਰੇਮ ਦੇ ਭਾਵ ਜਿਹੜੇ ਆ ਖਤਮ ਹੋ ਜਾਂਦੇ ਹਨ। ਉਹ ਸਿਰਫ ਬਾਹਰ ਆਪਣੀਆਂ ਮਤਲਬ ਕਹਿ ਸਕਦੇ ਹਾਂ ਇੱਕ ਪੈਸਾ ਕਮਾਉਣ ਦੇ ਸਾਧਨ ਬਣਾ ਕੇ ਉਹ ਕਥਾ ਕਰ ਰਹੇ ਹੁੰਦੇ ਹਨ, ਦਿਲੋਂ ਅਤੇ ਤਨੋਂ ਮਨੋਂ ਨਹੀਂ ਕਰ ਰਹੇ ਹੁੰਦੇ ਹਨ। ਉਹਨਾਂ ਦੇ ਵਿੱਚ ਉਹ ਭਾਵ ਹੁੰਦੇ ਨਹੀਂ ਜਿਹੜੇ ਉਹ ਲੋਕਾਂ ਦੇ ਸਾਹਮਣੇ ਵਿਅਕਤ ਕਰ ਰਹੇ ਹੁੰਦੇ ਹਨ ਪੰਡਾਲਾਂ ਦੇ ਵਿੱਚ ਬੈਠ ਕੇ। ਹਾਂਜੀ ਬੇਟਾ ਅੱਗੇ ਦੇਖੋ, ਕਹਿੰਦੇ ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਵਿੱਚ ਵੀ ਆਪਣੇ ਨਮੂਨੇ ਉੱਤੇ ਢਾਲਦੇ ਹੋਏ ਉਹਨਾਂ ਮਹਾਂਪੁਰਖਾਂ ਨੂੰ ਆਪਣੇ ਜਿਹੇ ਕੋਰੇ ਤੇ ਘਰੋਗੀ ਪਿਆਰ ਤੋਂ ਸੱਖਣੇ ਬਣਾ ਕੇ ਦੱਸਦੇ ਹਨ। ਕਹਿੰਦੇ ਕੁਝ ਉਪਦੇਸ਼ਕ ਅਤੇ ਲਿਖਾਰੀ, ਕਹਿੰਦੇ ਉਪਦੇਸ਼ਕ ਭਾਵ ਜਿਹੜੇ ਉਪਦੇਸ਼ ਦਿੰਦੇ ਹਨ ਲੋਕਾਂ ਨੂੰ, ਕਿਸੇ ਚੀਜ਼ ਦਾ ਵਿਖਿਆਨ ਕਰਦੇ ਹਨ। ਕਹਿੰਦੇ ਅਤੇ ਕੁਝ ਲਿਖਾਰੀ ਉਹ ਕੀ ਕਰਦੇ ਆ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਵੀ ਆਪਣੇ ਨਮੂਨੇ ਉਹ ਜਿੱਦਾਂ ਦੇ ਖੁਦ ਹੁੰਦੇ ਆ ਨਾ, ਉਹਨਾਂ ਨੇ ਜੋ ਉਹਨਾਂ ਦੀ ਆਪਣੀ ਸੋਚ ਹੁੰਦੀ ਆ ਉਹਦੇ ਮੁਤਾਬਕ ਹੀ ਉਹ ਪੀਰ ਪੈਗੰਬਰਾਂ ਦੇ ਜੀਵਨ ਨੂੰ, ਗੁਰੂਆਂ ਦੇ ਜੀਵਨ ਨੂੰ ਉਸੇ ਨਮੂਨੇ ਦੇ ਵਿੱਚ ਢਾਲ ਦਿੰਦੇ ਆ। ਜਿਹੋ ਜਿਹੀ ਉਹਨਾਂ ਦੀ ਸੋਚ ਹੁੰਦੀ ਆ ਉਹ ਉਹਨਾਂ ਦਾ ਵੀ ਜੀਵਨ ਉਹੋ ਜਿਹੇ ਹੀ ਵਿਖਿਆਨ ਕਰ ਦਿੰਦੇ ਹਨ। ਉਹਨਾਂ ਮਹਾਂਪੁਰਖਾਂ ਨੂੰ ਇਹ ਆਪਣੇ ਇਹੋ ਜਿਹੇ ਕੋਰੇ ਅਤੇ ਘਰੋਗੀ ਪਿਆਰ ਤੋਂ ਸੱਖਣੇ ਬਣਾ ਦਿੰਦੇ ਹਨ। ਉਹ ਜਿਹੜੇ ਉਪਦੇਸ਼ਕ ਅਤੇ ਲਿਖਾਰੀ ਆ ਨਾ ਉਹ ਮਹਾਂਪੁਰਖਾਂ ਨੂੰ ਭਾਵ ਜਿੱਦਾਂ ਗੁਰੂ ਨਾਨਕ ਦੇਵ ਜੀ ਹੋਏ, ਹੋਰ ਮਹਾਂਪੁਰਖ ਹੋਏ, ਕਹਿੰਦੇ ਉਹਨਾਂ ਦੇ ਜੀਵਨ ਨੂੰ ਵੀ ਆਪਣੇ ਜਿਹੇ ਕੋਰੇ, ਜਿੱਦਾਂ ਦਾ ਉਹਨਾਂ ਦਾ ਜੀਵਨ ਕੋਰਾ ਤੇ ਹੁੰਦਾ ਹੈ ਅਤੇ ਘਰੋਗੀ ਮਤਲਬ ਘਰ ਦੇ ਪਿਆਰ ਤੋਂ ਸੱਖਣਾ ਹੁੰਦਾ ਹੈ, ਉਹੋ ਜਿਹੇ ਬਣਾ ਦਿੰਦੇ ਹਨ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਇਉਂ ਦੱਸਦੇ ਹਨ। ਜਿਹੜੇ ਅਜਿਹੇ ਉਪਦੇਸ਼ਕ ਹਨ ਜਿਨ੍ਹਾਂ ਨੂੰ ਖੁਦ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ, ਉਹਨਾਂ ਨੇ ਅਜਿਹੇ ਜਿਹੜੇ ਸਾਰਿਆਂ ਨੇ ਨਹੀਂ, ਕੁਝ ਲਿਖਾਰੀ ਜਿਹਨੇ ਘਰ ਦੇ ਪਿਆਰ ਤੋਂ ਸੱਖਣੇ ਹੁੰਦੇ ਹਨ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਇਉਂ ਦੱਸਦੇ ਹਨ ਜਿਵੇਂ ਉਹਨਾਂ ਨੇ ਕਦੀ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿੱਚੋਂ ਲੰਘੇ ਹੀ ਨਾ ਹੋਣ। ਭਾਵ ਉਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਬਚਪਨ ਨੂੰ ਬਿਆਨ ਕਰਦੇ ਹੀ ਨਹੀਂ ਹੈਗੇ। ਭਾਵ ਬਚਪਨ ਦੇ ਵਿੱਚ ਦੇਖੋ ਗੁਰੂ ਨਾਨਕ ਦੇਵ ਜੀ ਨੇ ਵੀ ਤੋਤਲੀਆਂ ਗੱਲਾਂ ਕੀਤੀਆਂ, ਉਹਨਾਂ ਨੇ ਵੀ ਬਚਪਨ ਲੰਘਾਇਆ, ਉਸ ਬਚਪਨ ਬਾਰੇ ਕੁਛ ਨਹੀਂ ਵਿਖਿਆਨ ਕਰਦੇ। ਬਾਲਪਨ ਤੋਂ ਉਹ ਉਤਨੀਆਂ ਹੀ ਸਿਆਣੀਆਂ ਅਤੇ ਪਰਮਾਰਥ ਮੀਨਸ ਉੱਚੇ ਮਨੋਰਥ ਦੀਆਂ ਗੱਲਾਂ ਕਰਦੇ ਹੁੰਦੇ ਸਨ। ਕਹਿੰਦੇ ਉਹ ਜਿਹੜੇ ਲੇਖਕ ਆ ਨਾ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਦੇ ਵਿਚਲੇ ਬਚਪਨ ਨੂੰ ਗਾਇਬ ਕਰਕੇ ਉਹ ਦੱਸਦੇ ਹਨ ਕਿ ਉਹ ਬਚਪਨ ਵਿੱਚ ਹੀ ਸਿਆਣੀਆਂ ਅਤੇ ਪਰਮਾਰਥ ਦੀਆਂ ਗੱਲਾਂ ਕਰਦੇ ਹੁੰਦੇ ਸਨ ਜਿਤਨੀਆਂ ਕਿ ਵੱਡੀ ਉਮਰ ਵਿੱਚ। ਕਹਿੰਦੇ ਕਵੀ ਕੀ ਕਹਿੰਦਾ ਹੈ, ਲੇਖਕ ਕਹਿੰਦਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਬੱਚਿਆਂ ਦਾ ਭੋਲਾਪਣ, ਅਲਬੇਲੀ ਤਬੀਅਤ, ਭੈਣ ਭਰਾ ਦਾ ਪਿਆਰ, ਲਾਡ ਤੇ ਰੁਸੇਵੇਂ ਮਹਾਂਪੁਰਖਾਂ ਦੀ ਬਣਤਰ ਲਈ ਵੀ ਉਨੇ ਹੀ ਜ਼ਰੂਰੀ ਹਨ। ਭਾਵ ਜਿੰਨੇ ਮਰਜ਼ੀ ਵੱਡੇ ਮਹਾਂਪੁਰਖ ਹੋਏ ਆ ਪਰ ਉਹਨਾਂ ਸਾਰਿਆਂ ਦਾ ਬਚਪਨ ਤਾਂ ਕਹਿੰਦੇ ਉਹ ਆਮ ਬੱਚਿਆਂ ਵਰਗਾ ਹੀ ਸੀ, ਹੈ ਨਾ। ਚਲੋ ਕੁਝ ਗੱਲਾਂ ਅਲੱਗ ਸਨ, ਪਰ ਜਿਹੜੇ ਲਿਖਾਰੀ ਹੈ ਨਾ, ਜਿਹੜੇ ਖੁਦ ਘਰ ਦੇ ਪਿਆਰ ਤੋਂ ਸੱਖਣੇ ਹੁੰਦੇ ਹਨ, ਜਿਨ੍ਹਾਂ ਦੇ ਵਿੱਚ ਘਰ ਪ੍ਰਤੀ ਪਿਆਰ ਹੀ ਨਹੀਂ ਹੁੰਦਾ, ਘਰ ਦੇ ਵਿੱਚੋਂ ਜਿਨ੍ਹਾਂ ਨੂੰ ਪਿਆਰ ਮਿਲਿਆ ਹੀ ਨਹੀਂ ਹੁੰਦਾ, ਜਿਵੇਂ ਉਹ ਆਪਣਾ ਉਹਨਾਂ ਦਾ ਜੀਵਨ ਹੁੰਦਾ ਨਾ, ਉਹ ਉਸੇ ਤਰ੍ਹਾਂ ਦਾ ਜੀਵਨ ਉਹਨਾਂ ਮਹਾਂਪੁਰਖਾਂ ਦਾ ਕਰ ਦਿੰਦੇ ਹਨ। ਜਦ ਕਿ ਕਹਿੰਦੇ ਜਿੰਨੇ ਕਿ ਆਮ ਮਨੁੱਖਾਂ ਲਈ, ਕਹਿੰਦੇ ਮਹਾਂਪੁਰਖਾਂ ਲਈ ਵੀ ਉਹ ਬਚਪਨ, ਅਲਬੇਲੀ ਤਬੀਅਤ ਮੀਨਸ ਜਿਹੜੀ ਬੇਪਰਵਾਹ ਸੁਭਾਅ ਆ, ਉਹ ਕਹਿੰਦੇ ਉਹਨਾਂ ਲਈ ਵੀ ਓਨਾ ਹੀ ਜ਼ਰੂਰੀ ਹੁੰਦਾ ਆ ਜਿੰਨਾ ਕਿ ਆਮ ਲੋਕਾਂ ਲਈ। ਕਹਿੰਦੇ ਇਸ ਤਜਰਬੇ ਵਿੱਚੋਂ ਲੰਘਣ ਨਾਲ ਖਿਆਲਾਂ, ਵਲਵਲਿਆਂ ਅਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ 'ਤੇ ਹੁੰਦੀ ਹੈ। ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਨੀ ਹੁੰਦੀ ਹੈ ਉਹਨਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ। ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਨੀ ਹੁੰਦੀ ਹੈ ਉਹਨਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ, ਅਤੇ ਜਿਨ੍ਹਾਂ ਨੇ ਪੂਰਨਤਾ ਪ੍ਰਾਪਤ ਕਰਨੀ ਹੁੰਦੀ ਹੈ ਉਹਨਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ ਅਤੇ ਰੋਸਾ, ਭੈਣਾਂ ਦਾ ਥਾਂ ਸਾਈਂ ਅਤੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ। ਹਾਂਜੀ ਬੇਟਾ ਕੀ ਕਹਿੰਦੇ ਹਨ, ਭੈਣਾਂ ਦਾ ਥਾਂ 'ਤੇ ਵੀਰ ਨੂੰ ਬਚਾਉਣ ਲਈ ਇੱਕ ਅਜਿਹਾ ਚੌਗਿਰਦਾ ਬਣਾ ਕੇ ਰੱਖਦੇ ਹਨ ਜਿਨ੍ਹਾਂ ਤੋਂ ਉਹਨਾਂ ਦੇ ਬਲਬਲੇ ਉੱਚੇ ਸਾਈਂ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ। ਭਾਵ ਕਿ ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਦੀ ਹੁੰਦੀ ਹੈ ਉਹਨਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ।
ਭਾਵ ਜਿਨ੍ਹਾਂ ਨੇ ਪੂਰਨਤਾ ਪ੍ਰਾਪਤ ਕਰਨੀ ਹੁੰਦੀ ਹੈ, ਪੂਰਨਤਾ ਭਾਵ ਸਫਲਤਾ ਪ੍ਰਾਪਤ ਕਰਨੀ ਹੁੰਦੀ ਹੈ, ਉਹਨਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੀਵਾਂ ਮਤਲਬ ਉਦਾਸੀ, ਠੀਕ ਹੈ, ਉਦਾਸੀ, ਰੋਸਾ, ਭੈਣਾਂ ਦਾ ਥਾਂ ਤੇ ਵੀਰ ਨੂੰ ਬਚਾਉਣਾ ਇੱਕ ਅਜਿਹਾ ਚੌਗਿਰਦਾ ਬਣਾ ਰੱਖਦਾ ਹੈ ਜਿਨ੍ਹਾਂ ਤੋਂ ਉਹਨਾਂ ਦੇ ਬਲਬਲੇ ਉੱਚੇ ਸਾਈਂ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ। ਭਾਵ ਉਹਨਾਂ ਦੇ ਜਿਹੜੇ ਮਨ ਦੇ ਵਿਚਾਰ ਆ, ਉਹਨਾਂ ਦੇ ਵਿੱਚ ਉਚਾਈਆਂ ਆਉਂਦੀਆਂ, ਉਚਾਈਆਂ ਨੂੰ ਛੂਹਣ ਪ੍ਰਤੀ ਪ੍ਰੇਰਨਾ ਆਉਂਦੀ ਹੈ। ਕਹਿੰਦੇ ਸਿੱਕਾ ਸਿੱਕਣ 'ਤੇ ਕੁਰਬਾਨੀਆਂ ਕਰਨ ਦੀ ਜਾਚ ਆਉਂਦੀ ਹੈ। ਸਿੱਕਾ ਸਿੱਕਣ ਭਾਵ ਵੀ ਜਿੱਤਾਂ ਪ੍ਰਾਪਤ ਕਰਨ ਦਾ, ਠੀਕ ਹੈ, ਕੁਰਬਾਨੀਆਂ ਦੇਣ ਦੀ ਜਿਹੜੀ ਜਾਂਚ ਉਹ ਆਉਂਦੀ ਹੈ। ਕਹਿੰਦੇ ਜਿਨ੍ਹਾਂ ਲਿਖਾਰੀਆਂ ਨੇ ਬਚਪਨ ਦੇ ਮਤਲਬ ਜਿਹੜੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ, ਉਹਨਾਂ ਨੇ ਈਸਾ ਦਾ ਜੀਵਨ ਉਹਨਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿੱਤਾ ਹੈ। ਕਹਿੰਦੇ ਜਿਹੜੇ ਲਿਖਾਰੀ ਹੈ ਨਾ, ਜਿਨ੍ਹਾਂ ਲਿਖਾਰੀਆਂ ਨੇ, ਸਾਰੇ ਲਿਖਾਰੀਆਂ ਦੀ ਗੱਲ ਨਹੀਂ ਕੀਤੀ ਗਈ, ਚੁਣਵੇਂ, ਭਾਵ ਜਿਨ੍ਹਾਂ ਲਿਖਾਰੀਆਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ, ਭਾਵ ਜਿਹੜਾ ਜ਼ਰੂਰੀ ਤਜਰਬਾ ਹੁੰਦਾ ਬਚਪਨ ਦਾ, ਦੇਖੋ ਜ਼ਿੰਦਗੀ ਦੇ ਜਿੰਨੇ ਵੀ ਪੜਾਅ ਹਨ ਉਹ ਸਾਰੇ ਜ਼ਰੂਰੀ ਹਨ, ਬਚਪਨ, ਜਵਾਨੀ, ਬੁਢਾਪਾ। ਤੇ ਕਹਿੰਦੇ ਜਿਹੜੇ ਲਿਖਾਰੀਆਂ ਨੇ ਬਚਪਨ ਦੇ ਤਜਰਬੇ ਨੂੰ ਨਹੀਂ ਸਮਝਿਆ, ਉਹਨਾਂ ਨੇ ਈਸਾ ਦਾ ਜੀਵਨ ਉਹਨਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿੱਤਾ। ਭਾਵੇਂ ਈਸਾ ਜਿਹੜੇ ਆਪਣੇ ਈਸਾਈਆਂ ਦੇ ਮਹਾਨ ਗੁਰੂ ਹੋਏ ਆ, ਉਹਨਾਂ ਦੇ ਜੀਵਨ ਨੂੰ ਕਹਿੰਦੇ ਬਿਨਾਂ ਹੀ ਬਚਪਨ ਦਾ ਹਾਲ ਲਿਖੇ ਤੋਂ ਬਿਆਨ ਕਰ ਦਿੱਤਾ, ਜਦ ਕਿ ਉਹਨਾਂ ਦਾ ਬਚਪਨ ਹੀ ਉਹਨਾਂ ਦਾ ਸਭ ਤੋਂ ਜ਼ਿਆਦਾ ਮੁੱਖ ਸੀਗਾ ਉਹਨਾਂ ਦੇ ਜੀਵਨ ਦੇ ਵਿੱਚ। ਹਾਂਜੀ, ਕਹਿੰਦੇ ਅਤੇ ਬੁੱਧ ਮਹਾਰਾਜ ਅਤੇ ਗੁਰੂ ਨਾਨਕ ਦੇ ਮਾਪਿਆਂ ਦੇ ਆਚਰਣ ਨੂੰ ਬਹੁਤ ਕੋਝੇ ਰੰਗ ਵਿੱਚ ਰੰਗਿਆ ਹੈ। ਕਹਿੰਦੇ ਜਿਹੜੇ ਅਜਿਹੇ ਲਿਖਾਰੀ ਹਨ ਨਾ, ਉਹਨਾਂ ਨੇ ਬੁੱਧ ਮਹਾਰਾਜ ਅਤੇ ਗੁਰੂ ਨਾਨਕ ਦੇਵ ਜੀ ਦੇ ਮਾਪਿਆਂ ਦੇ ਆਚਰਣ ਨੂੰ ਬੜੇ ਹੀ ਭੈੜੇ ਢੰਗ ਦੇ ਨਾਲ ਰੰਗਿਆ ਹੈ। ਭਾਵ ਅੱਛਾਈਆਂ ਤਾਂ ਲਿਖੀਆਂ ਹੀ ਨਹੀਂ, ਬੁਰਾਈਆਂ ਹੀ ਲਿਖ ਦਿੱਤੀਆਂ। ਜਿਹੜੇ ਲਿਖਾਰੀ ਖੁਦ ਘਰ ਦੇ ਪਿਆਰ ਤੋਂ ਸੱਖਣੇ ਹੁੰਦੇ ਆ ਨਾ, ਉਹਨਾਂ ਨੂੰ ਲੱਗਦਾ ਕਿ ਕਿਸੇ ਨੂੰ ਘਰ ਦਾ ਪਿਆਰ ਮਿਲਿਆ ਹੀ ਨਹੀਂ, ਕਿਸੇ ਦੇ ਮਨ ਦੇ ਵਿੱਚ ਘਰ ਪ੍ਰਤੀ ਪਿਆਰ ਹੈ ਹੀ ਨਹੀਂ ਸੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵੀ ਅਜਿਹਾ ਹੀ ਕੀਤਾ ਹੈ। ਹਾਂਜੀ ਬੇਟਾ, ਕਹਿੰਦੇ ਜੇ ਲਿਖਾਰੀਆਂ ਨੂੰ ਖਿਆਲ ਹੁੰਦਾ ਕਿ ਮਹਾਂਪੁਰਖ ਵੀ ਘਰ ਦੇ ਆਲੇ ਦੁਆਲੇ ਵਿੱਚੋਂ ਚੰਗਾ ਅਸਰ ਲੈ ਸਕਦੇ ਹਨ, ਤੇ ਉਹ ਇਹਨਾਂ ਦੇ ਮਾਪਿਆਂ ਦਾ ਜ਼ਿਕਰ ਬੜੇ ਹੀ ਸਤਿਕਾਰ ਨਾਲ ਕਰਦੇ ਅਤੇ ਘਰੋਗੀ ਚੌਗਿਰਦੇ ਵਿੱਚ ਕੁਝ ਵੀ ਮਹਾਨਤਾ ਦੇ ਚਿੰਨ੍ਹ ਲੱਭਣ ਦਾ ਯਤਨ ਕਰਦੇ। ਭਾਵ ਉਹਨਾਂ ਜਿਹੜੇ ਕਹਿੰਦੇ ਅਜਿਹੇ ਲਿਖਾਰੀ ਹੈ ਨਾ, ਜੇ ਉਹਨਾਂ ਨੂੰ ਇਹ ਸਮਝ ਹੁੰਦੀ, ਸੂਝ-ਬੂਝ ਹੁੰਦੀ ਕਿ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਵੀ ਉਹਨਾਂ ਦੇ ਘਰ ਦਾ ਜਿਹੜਾ ਆਲਾ ਦੁਆਲਾ ਆ ਉਹ ਬੜਾ ਹੀ ਮਹੱਤਤਾ ਰੱਖਦਾ ਹੈ, ਤਾਂ ਉਹ ਕਹਿੰਦੇ ਉਹਨਾਂ ਦੇ ਮਾਤਾ ਪਿਤਾ ਦਾ ਜ਼ਿਕਰ ਬੜੇ ਹੀ ਸਤਿਕਾਰ ਨਾਲ ਕਰਦੇ ਅਤੇ ਘਰ ਦੇ ਆਲੇ ਦੁਆਲੇ ਦੇ ਵਿੱਚੋਂ ਮਹਾਨਤਾ ਦੇ ਚਿੰਨ੍ਹ ਲੱਭਦੇ, ਉਹਨਾਂ ਦੀਆਂ ਮਹਾਨ ਵਿਸ਼ੇਸ਼ਤਾਵਾਂ ਵਰਣਨ ਕਰਦੇ। ਹਾਂਜੀ, ਕਹਿੰਦੇ ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚੋਂ, ਜਿਹੜੇ ਲੇਖਕਾ ਵਾਰਤਕਕਾਰ ਹੋਏ ਆ ਪ੍ਰਿੰਸੀਪਲ ਤੇਜਾ ਸਿੰਘ ਜੀ, ਉਹ ਕਹਿੰਦੇ ਕਿ ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚੋਂ ਵਧੇਕ ਤੋਂ ਵਧੇਕ ਦਰਦਨਾਕ ਤੇ ਰੋਮਾਂਚ ਦੇਣ ਵਾਲਾ ਉਹ ਨਜ਼ਾਰਾ ਲੱਭਦਾ ਹੈ, ਜਿਸ ਵਿੱਚ ਉਹ ਕਹਿੰਦੇ ਕਿ ਮੈਨੂੰ ਤਾਂ ਗੁਰੂ ਨਾਨਕ ਦੇਵ ਦੀ ਜਨਮ ਸਾਖੀ ਦੇ ਵਿੱਚੋਂ, ਉਹਨਾਂ ਨੇ ਜਨਮ ਸਾਖੀ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਹੈ। ਉਹ ਕਹਿੰਦੇ ਕਿ ਉਸ ਸਾਖੀ ਦੇ ਵਿੱਚੋਂ ਇੱਕ ਨਜ਼ਾਰਾ ਲੱਭਦਾ ਹੈ ਜਿਹੜਾ ਬੜਾ ਦਰਦਨਾਕ ਹੈ, ਜਿਸ ਵਿੱਚ ਗੁਰੂ ਜੀ ਪ੍ਰਦੇਸ਼ ਯਾਤਰਾ ਕਰਕੇ ਘਰ ਪਰਤਦੇ ਹਨ। ਦੇਖੋ, ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਕੇ ਵਾਪਸ ਆਉਂਦੇ ਹਨ, ਕਹਿੰਦੇ ਪਰ ਦਿਲ ਕਰੜਾ ਕਰਕੇ ਉਹਨਾਂ ਦਾ ਮਨ ਹੁੰਦਾ ਕਿ ਉਹ ਘਰੇ ਜਾਣ, ਪਰ ਦਿਲ ਕਰੜਾ ਕਰਕੇ ਉਹ ਆਪ ਬਾਹਰ ਖੂਹ 'ਤੇ ਬਹਿ ਜਾਂਦੇ ਹਨ, ਮਤਲਬ ਪਿੰਡ ਤੋਂ ਬਾਹਰ ਹੀ ਬੈਠ ਜਾਂਦੇ ਹਨ, ਅਤੇ ਭਾਈ ਮਰਦਾਨੇ ਨੂੰ ਆਪਣੇ ਘਰ ਵਾਲਿਆਂ ਦੀ ਖਬਰ ਸੂਰਤ ਲੈਣ ਲਈ ਪਿੰਡ ਭੇਜਦੇ ਹਨ। ਕਿਹਨਾਂ ਨੂੰ ਭੇਜਦੇ ਹਨ ਪਿੰਡ? ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ, ਪਰ ਕਹਿੰਦੇ ਹਨ ਕਿ ਨਾ ਦੱਸੀ ਕਿ ਮੈਂ ਵੀ ਇੱਥੇ ਆਇਆ ਹਾਂ। ਨਾਲ ਹੀ ਉਹ ਭਾਈ ਮਰਦਾਨਾ ਜੀ ਨੂੰ ਕਹਿ ਦਿੰਦੇ ਹਨ ਕਿ ਘਰ ਦੇ ਵਿੱਚ ਜਾ ਕੇ ਇਹ ਨਾ ਦੱਸੀ ਕਿ ਮੈਂ ਵੀ ਆਇਆ ਹਾਂ। ਮਰਦਾਨਾ ਮਾਤਾ ਤ੍ਰਿਪਤਾ ਜੀ ਪਾਸ ਪੁੱਜਦਾ ਹੈ। ਮਾਤਾ ਤ੍ਰਿਪਤਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ, ਅਤੇ ਘਰ ਦਾ ਹਾਲ ਚਾਲ ਪੁੱਛ ਕੇ ਵਿਦਾ ਹੋਣ ਲੱਗਦਾ ਹੈ। ਅਤੇ ਜਿਹੜੇ ਮਾਤਾ ਜੀ ਆ ਉਹ ਵੀ ਉਹਨਾਂ ਦੇ ਪਿੱਛੇ ਉਹਨਾਂ ਦੀ ਮਾਤਾ ਜੀ ਨੂੰ ਸ਼ੱਕ ਹੁੰਦਾ ਹੈ। ਦੇਖੋ, ਉਹਨਾਂ ਦੇ ਵਿੱਚ ਪੁੱਤਰ ਨੂੰ ਮਿਲਣ ਦੀ ਇੱਛਾ ਹੁੰਦੀ, ਚਾਹਨਾ ਹੁੰਦੀ, ਤਾਂ ਉਹ ਕੀ ਆ, ਮਰਦਾਨੇ ਜੀ ਦੇ ਪਿੱਛੇ ਉਸ ਪਿੰਡ ਤੋਂ ਬਾਹਰ ਉਹ ਥਾਂ 'ਤੇ ਪੁੱਜਦੇ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਸਨ। ਕਹਿੰਦੇ ਜੇ ਕਿਸੇ ਨੇ ਮਾਂ ਦੀ ਵੜਿੱਤਨ ਮਤਲਬ ਜਿਹੜਾ ਮਾਂ ਦਾ ਵੱਡਾਪਨ ਦੇਖਣਾ ਹੈ, ਅਰਸ਼ੀ ਅਸਰ ਨੂੰ ਦੇਖਣਾ ਹੋਵੇ, ਤਾਂ ਇਸ ਨਜ਼ਾਰੇ ਦਾ ਹਾਲ ਪੜ੍ਹਨ। ਭਾਵ ਜਿਨ੍ਹਾਂ ਨੇ ਮਾਂ ਦਾ ਵਡੱਪਨ ਦੇਖਣਾ ਹੈ ਉਹ ਜਨਮ ਸਾਖੀ ਦੇ ਵਿੱਚੋਂ ਇਸ ਦ੍ਰਿਸ਼ ਨੂੰ ਜ਼ਰੂਰ ਪੜ੍ਹਨ। ਕਹਿੰਦੇ ਮਾਤਾ ਆਪਣੇ ਪੁੱਤਰ ਨੂੰ ਵੇਖ ਕੇ ਬੇਹਬਲ ਹੋ ਜਾਂਦੀ ਹੈ, ਉਤਾਵਲੀ ਹੋ ਜਾਂਦੀ ਹੈ, ਅਤੇ ਉਸ ਵੇਲੇ ਜੋ
ਮਮਤਾ ਵਾਲੇ ਲਫ਼ਜ਼ ਕਹਿੰਦੀ ਹੈ, ਉਹਨਾਂ ਦਾ ਕਰੁਣਾ ਰਸ ਉੱਚੀ ਤੋਂ ਉੱਚੀ ਕਵਿਤਾ ਅਤੇ ਉੱਚੇ ਤੋਂ ਉੱਚੇ ਬਲਬਲੇ ਨੂੰ ਵੀ ਮਾਤ ਦੇ ਦਿੰਦਾ ਹੈ। ਭਾਵ ਉਸ ਸਮੇਂ ਜਿਹੜੇ ਮਾਤਾ ਜੀ ਦੇ ਮੂੰਹੋਂ ਸ਼ਬਦ ਨਿਕਲਦੇ ਹਨ ਉਹ ਕਰੁਣਾ ਰਸ ਦਾ ਮਹਾਨ ਨਮੂਨਾ ਹਨ। ਵੱਡੀ ਤੋਂ ਵੱਡੀ ਕਵਿਤਾ ਤੋਂ ਵੀ ਉੱਚਾ ਦਰਜਾ ਹੈ ਉਹਨਾਂ ਦਾ। ਕਹਿੰਦੇ ਪੁੱਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ, ਵੇ ਬੱਚਾ ਮੈਂ ਵਾਰੀ ਜਾਵਾਂ, ਮੈਂ ਤੇਥੋਂ ਵਾਰੀ ਜਾਵਾਂ, ਮਤਲਬ ਬਲਿਹਾਰੀ ਜਾਂਦੀ ਹਾਂ। ਮੈਂ ਉਹਨਾਂ ਦੇਸ਼ਾਂ ਤੋਂ ਵਾਰੀ, ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚੱਲ ਕੇ ਤੂੰ ਆਇਆ ਹੈ। ਜੇ ਕੋਈ ਸੁੱਕਾ ਫਿਲਾਸਫਰ ਹੁੰਦਾ ਤਾਂ ਉਹ ਵੇਲੇ ਆਪਣੀ ਮਾਂ ਨੂੰ ਕਹਿੰਦਾ, ਸੁੱਕਾ ਫਿਲਾਸਫਰ ਕੋਈ ਹੋਰ ਹੁੰਦਾ, ਭਾਵ ਗੁਰੂ ਨਾਨਕ ਦੇਵ ਜੀ ਦੀ ਜਗ੍ਹਾ 'ਤੇ ਸੁੱਕਾ ਫਿਲਾਸਫਰ ਜਿਹਨੂੰ ਘਰ ਦਾ ਪਿਆਰ ਨਾ ਮਿਲਿਆ ਹੁੰਦਾ। ਅਜਿਹਾ ਫਿਲਾਸਫਰ ਹੁੰਦਾ ਤਾਂ ਉਹ ਆਪਣੀ ਮਾਂ ਨੂੰ ਕਹਿੰਦਾ, ਜਦੋਂ ਉਹਦੀ ਮਾਂ ਅਜਿਹਾ ਕਹਿੰਦੀ ਤਾਂ ਉਹ ਫਿਲਾਸਫਰ, ਸੁੱਕੇ ਫਿਲਾਸਫਰ ਨੇ ਕੀ ਕਹਿਣਾ ਸੀ, ਜਾ ਭਾਈ ਜਾ, ਇਹਨਾਂ ਤਿਲਾਂ ਵਿੱਚ ਤੇਲ ਹੈ ਨਹੀਂ, ਭਾਵ ਮੈਨੂੰ ਮਿਲਣ ਦਾ ਤੈਨੂੰ ਕੋਈ ਲਾਭ ਨਹੀਂ, ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਭਰਮਾਉਣ ਆਈ ਹੈ। ਉਸਨੇ ਆਪਣੀ ਮਾਂ ਨੂੰ ਕੀ ਕਹਿਣਾ ਸੀ ਸੁੱਕੇ ਫਿਲਾਸਫਰ ਨੇ, ਕਿ ਤੂੰ ਮਾਇਆ ਦੇ ਰੂਪ ਦੇ ਵਿੱਚ ਮੈਨੂੰ ਭਰਮਾਉਣ ਆਈ ਹੈ, ਕਿ ਮੈਨੂੰ ਪਰਮਾਤਮਾ ਨਾਲੋਂ ਤੋੜਨ ਆਈ ਹੈ। ਕਹਿੰਦੇ ਨਹੀਂ, ਗੁਰੂ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਆ, ਉਹਨਾਂ ਨੇ ਕੀ ਕੀਤਾ, ਮਾਤਾ ਜੀ ਦੇ ਬਚਨ ਸੁਣ ਕੇ ਫਿੱਸ ਪਏ, ਉਹਨਾਂ ਦਾ ਮਨ ਪਿਘਲ ਗਿਆ ਅਤੇ ਉਸਦੇ ਚਰਨਾਂ ਵਿੱਚ ਡਿੱਗ ਕੇ ਰੋਏ, ਖੂਬ ਰੋਏ। ਠੀਕ ਹੈ, ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ, ਭਾਵ ਹਜ਼ਾਰ ਫਰਜ਼ਾਂ ਅਤੇ ਪਰਉਪਕਾਰਾਂ ਦੀ ਜੜ ਨੂੰ ਸਿੰਜਣ ਵਾਲੇ ਸਨ। ਕਿਹੜੇ ਹੰਝੂ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਨੇ ਆਪਣੀ ਮਾਤਾ ਜੀ ਦੇ ਚਰਨਾਂ ਦੇ ਵਿੱਚ ਡਿੱਗ ਕੇ ਰੋ ਕੇ ਗੇਰੇ ਸਨ। ਉਹ ਕਹਿੰਦੇ ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ, ਭਾਵ ਉਹਨਾਂ ਨੇ ਹਜ਼ਾਰਾਂ ਧਿਆਨ ਲਗਾਏ ਹੋਏ ਸਨ। ਦੇਖੋ ਆਪਣੀ ਯਾਤਰਾ ਦੇ ਅਨੁਸਾਰ ਯਾਤਰਾ ਕਰਦਿਆਂ ਹੋਇਆਂ ਕਹਿੰਦੇ ਉਹਨਾਂ ਦੇ ਨਿਚੋੜ ਸਨ, ਪਰਉਪਕਾਰਾਂ ਦੀ ਜੜ ਨੂੰ ਸਿੰਜਣ ਵਾਲੇ ਸਨ। ਪਰਉਪਕਾਰਾਂ ਦੀ, ਜਿਨ੍ਹਾਂ ਦੇ ਵਿੱਚ ਪਰਉਪਕਾਰਾਂ ਦੀ ਜੜ ਸਮਝਦੇ ਹੋ, ਜਿੱਦਾਂ ਇੱਕ ਰੁੱਖ ਦੀ ਜੜ ਹੈ ਨਾ, ਉਹਨੂੰ ਸਿੰਜਣ ਲਈ ਪਾਣੀ ਦੀ ਲੋੜ ਹੁੰਦੀ ਹੈ। ਇਸੇ ਕਰਕੇ ਕਹਿੰਦੇ ਦੂਜਿਆਂ ਦਾ ਭਲਾ ਕਰਨ ਦੀ ਜਿਹੜੀ ਜੜ ਸੀ ਉਹਨੂੰ ਸਿੰਜਣ ਵਾਲੇ ਕੌਣ ਸਨ, ਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਵਿੱਚੋਂ ਨਿਕਲੇ ਅਥਰੂ, ਜਿਹੜੇ ਆਪਣੀ ਮਾਤਾ ਨੂੰ ਸਮਰਪਿਤ ਸਨ। ਕਹਿੰਦੇ ਜਿਸ ਦੇ ਨੇ ਬਚਪਨ ਵਿੱਚ ਲੋਰੀਆਂ, ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਦਿਲ ਉੱਤੇ ਬੀਬੀ ਨਾਨਕੀ ਦੇ ਪਿਆਰ ਦਾ ਘੱਟ ਅਸਰ ਸੀ। ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਜੀ ਆ, ਉਹ ਉਹਨਾਂ ਲਿਖਾਰੀਆਂ ਜਿਹੜੇ ਘਰ ਦੇ ਪਿਆਰ ਤੋਂ ਸੱਖਣੇ ਹੋ ਕੇ ਆਪਣੇ ਮਹਾਨ ਮਹਾਂਪੁਰਖਾਂ ਬਾਰੇ ਗਲਤ ਵਿਚਾਰ ਲਿਖਦੇ ਹਨ, ਉਹਨਾਂ ਦੀ ਗਲਤ ਸ਼ਖਸੀਅਤ ਨੂੰ ਆਪਣੇ ਸਾਹਮਣੇ ਪੇਸ਼ ਕਰਦੇ ਹਨ। ਪ੍ਰਿੰਸੀਪਲ ਤੇਜਾ ਸਿੰਘ ਜੀ ਉਹਨਾਂ ਨੂੰ ਪੁੱਛਦਿਆਂ ਹੋਇਆਂ ਕੀ ਕਹਿੰਦੇ ਹਨ ਕਿ ਕੀ ਗੁਰੂ ਨਾਨਕ ਦੇਵ ਜੀ ਦੇ ਦਿਲ ਉੱਤੇ ਬੀਬੀ ਨਾਨਕੀ ਦੇ ਪਿਆਰ ਦਾ ਘੱਟ ਅਸਰ ਸੀ, ਜਿਸ ਨੇ ਬਚਪਨ ਵਿੱਚ ਲੋਰੀਆਂ ਦੇ ਕੇ ਕੁੱਛੜ ਚੁੱਕ ਕੇ ਪਾਲਿਆ ਸੀ। ਕਹਿੰਦੇ ਕਿ ਕੀ ਗੁਰੂ ਨਾਨਕ ਦੇ ਜੀਵਨ ਦੇ ਵਿੱਚ ਬੀਬੀ ਨਾਨਕੀ ਜੀ ਦੀ ਕੋਈ ਮਹੱਤਤਾ ਨਹੀਂ ਸੀ, ਪਿਆਰ ਦੀ ਕੋਈ ਮਹੱਤਤਾ ਨਹੀਂ ਸੀ, ਜਿਸ ਨੇ ਲੋਰੀਆਂ ਦੇ ਕੇ, ਦੇਖੋ ਬੀਬੀ ਨਾਨਕੀ ਜੀ ਨੇ ਲੋਰੀਆਂ ਦੇ ਕੇ ਕੁੱਛੜ ਚੁੱਕ ਕੇ ਗੁਰੂ ਨਾਨਕ ਦੇਵ ਜੀ ਨੂੰ ਪਾਲਿਆ ਸੀ, ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਸੀ, ਖਰੇ ਸੌਦੇ ਕਰਦਿਆਂ ਸਲਾਇਆ ਸੀ। ਭਾਵ ਜਦੋਂ ਗੁਰੂ ਨਾਨਕ ਦੇਵ ਜੀ ਨੇ ਸੱਚੇ ਸੌਦੇ ਕੀਤੇ ਸੀ ਤਾਂ ਉਹਨਾਂ ਨੂੰ ਸਲਾਇਆ ਅਤੇ ਉਤਸ਼ਾਹਿਆ ਕਿਸ ਨੇ ਸੀ, ਬੀਬੀ ਨਾਨਕੀ ਨੇ। ਕਹਿੰਦੇ ਜੇ ਉਹ ਨਾਨਕ ਸਨ ਤੇ ਉਹ ਕੀ ਸਨ, ਨਾਨਕੀ ਨਹੀਂ ਸਨ, ਕੀ ਉਹ ਨਾਨਕੀ ਨਹੀਂ ਸਨ। ਭਾਵ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਜੀ ਆ, ਉਹ ਉਹਨਾਂ ਫਿਲਾਸਫਰਾਂ ਨੂੰ, ਉਹਨਾਂ ਲਿਖਾਰੀਆਂ ਨੂੰ, ਉਹਨਾਂ ਕਥਾਵਾਚਕਾਂ ਨੂੰ ਇਹ ਸਵਾਲ ਪੁੱਛ ਰਹੇ ਹਨ ਕਿ ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜੇ ਮਾਤਾ ਪ੍ਰਤੀ ਨਿਕਲੇ ਸ਼ਰਧਾ ਦੇ ਭਾਵ ਅਤੇ ਗੁਰੂ ਨਾਨਕ ਦੇਵ ਜੀ ਪ੍ਰਤੀ ਜਿਹੜਾ ਨਾਨਕੀ ਦਾ ਪਿਆਰ ਸੀ, ਉਸ ਨੂੰ ਅੱਖੋਂ ਪਰੋਖਿਆ ਕਿਉਂ ਕੀਤਾ ਹੈ ਉਹਨਾਂ ਲਿਖਾਰੀਆਂ ਨੇ। ਕਿਉਂਕਿ ਉਹ ਲਿਖਾਰੀ ਖੁਦ ਘਰ ਦੇ ਪਿਆਰ ਤੋਂ ਸੱਖਣੇ ਸਨ। ਹਾਂਜੀ ਬੇਟਾ, ਤੁਸੀਂ ਅੱਜ ਇਹ ਦੋਨੋਂ ਪੈਰੇ ਚੰਗੀ ਤਰ੍ਹਾਂ ਮੁੜ ਤੋਂ ਪੜ੍ਹਨੇ ਹਨ ਅਤੇ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਇਹ ਦੋਨੋਂ ਪੈਰੇ ਚੰਗੀ ਤਰ੍ਹਾਂ ਸਮਝਣੇ ਹਨ ਅਤੇ ਇਹਨਾਂ ਦੋਨਾਂ ਪੈਰਿਆਂ ਨਾਲ ਸੰਬੰਧਿਤ ਸ਼ਬਦ ਅਰਥ, ਜਿਹੜੇ ਔਖੇ ਸ਼ਬਦਾਂ ਦੇ ਅਰਥ ਹਨ, ਉਹ ਆਪਣੀ ਫੇਅਰ ਨੋਟਬੁੱਕ ਦੇ ਵਿੱਚ ਲਿਖਣੇ ਹਨ। ਧੰਨਵਾਦ।